ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ। ਆਪਣੇ ਬੱਚਿਆਂ ਵਿੱਚ ਹਰ ਵੇਲੇ ਨੁਕਸ ਕੱਢਣ ਵਾਲੇ ਮਾਪੇ ਆਪਣੇ ਬੁਢਾਪੇ ਨੂੰ ਦੁਖਦਾਈ ਬਣਾ ਲੈਂਦੇ ਹਨ। ਆਪਣੇ ਸਰੀਰ ਵਿੱਚੋਂ ਇਸਤਰੀਆਂ ਆਪ ਘਾਟਾ ਵੇਖਦੀਆਂ ਹਨ, ਪਰ ਦੂਜਿਆਂ ਨੂੰ ਵਿਖਾਉਂਦੀਆਂ ਗੁਣ ਹਨ। ਢਹਿ ਦੀ ਕਲਾ ਵਿੱਚ ਅਸੀਂ ਆਪਣੇ ਔਗੁਣ ਹੀ ਵੇਖਦੇ ਹਾਂ। ਪਿਤਾ ਜਵਾਨ ਧੀ ਵਿੱਚ ਨੁਕਸ ਕੱਢਣ ਦੀ ਥਾਂ ਚੁੱਪ ਕਰ ਜਾਂਦਾ ਹੈ, ਪਰ ਅਸਿੱਧੇ ਢੰਗ ਨਾਲ ਪਤਨੀ ਵਿੱਚ ਨੁਕਸ ਕੱਢਦਾ ਹੈ। ਥਕਾਵਟ ਵਿੱਚ ਸਹੀ ਨਿਰਣੇ ਕਰਨ ਦੀ ਯੋਗਤਾ ਘਟ ਜਾਂਦੀ ਹੈ। ਪਤਨੀ ਦੀ ਬਿਮਾਰੀ ਦੌਰਾਨ ਜੇ ਪਤੀ ਬਿਮਾਰ ਪੈ ਜਾਵੇ ਤਾਂ ਪਤਨੀ ਇਸ ਲਈ ਠੀਕ ਹੋ ਜਾਂਦੀ ਹੈ, ਕਿਉਂਕਿ ਵੱਡੀ ਮੁਸੀਬਤ ਸਾਹਮਣੇ ਛੋਟੀ ਮੁਸੀਬਤ ਆਪੇ ਮੁੱਕ ਜਾਂਦੀ ਹੈ। ਮਾਪਿਆਂ ਦੇ ਮਰ ਜਾਣ ਉਪਰੰਤ ਭੈਣਾਂ ਭਰਾਵਾਂ ਨਾਲ ਸਾਡਾ ਰਿਸ਼ਤਾ ਬਦਲ ਜਾਂਦਾ ਹੈ। ਹਰੇਕ ਮਾਂ ਨੂੰ ਇੱਕ ਧੀ ਚਾਹੀਦੀ ਹੁੰਦੀ ਹੈ, ਉਹ ਗੱਲਾਂ ਕਰਨ ਲਈ ਜਿਹੜੀਆਂ ਕੇਵਲ ਧੀ ਨਾਲ ਹੀ ਕੀਤੀਆਂ ਜਾ ਸਕਦੀਆਂ ਹਨ। ਪਰਿਵਰਤਨ ਦੁਖੀ ਕਰਦਾ ਹੈ, ਪਰ ਪਰਿਵਰਤਨ ਤੋਂ ਮੂੰਹ ਮੋੜਨਾ ਦੁੱਖ ਨਾਲੋਂ ਵੀ ਵੱਡੀ ਨਿਰਾਸ਼ਤਾ ਉਪਜਾਉਂਦਾ ਹੈ। ਮੌਲਿਕ ਵਿਅਕਤੀ ਦੀ ਪਛਾਣ ਇਹ ਹੁੰਦੀ ਹੈ ਕਿ ਉਹ ਕਿਸੇ ਤੋਂ ਪ੍ਰਭਾਵਿਤ ਹੋਣ ਨਾਲੋਂ ਵੱਧ ਉਸ ਨੂੰ ਪ੍ਰਭਾਵਿਤ ਕਰਦਾ ਹੈ। ਖੂਹ ਵਿੱਚ ਵੇਖਣ ਵੇਲੇ ਅਸੀਂ ਪਾਣੀ ਹੀ ਨਹੀਂ ਵੇਖਦੇ, ਡੂੰਘਾਈ ਵੀ ਵੇਖਦੇ ਹਾਂ। ਸੱਟ ਲੱਗਣ ਤੇ ਪਤਾ ਲੱਗਦਾ ਹੈ ਕਿ ਸੰਸਾਰ ਕਿਤਨਾ ਸਖਤ, ਠੋਸ ਅਤੇ ਕਠੋਰ ਹੈ। ਕਿਸੇ ਵੱਡੀ ਮੁਹਿੰਮ ਦੌਰਾਨ ਔਖ ਜਾਂ ਥਕਾਵਟ ਦੀ ਪਰਵਾਹ ਨਹੀਂ ਕੀਤੀ ਜਾਂਦੀ। ਬਚਪਨ ਦੀ ਕਿਸੇ ਆਸ ਦੇ ਪੂਰੇ ਹੋਣ ਨੂੰ ਖੁਸ਼ੀ ਆਖਦੇ ਹਨ। ਕਿਸੇ ਇੱਛਾ ਦੇ ਪੂਰੇ ਹੋਣ ਨੂੰ ਪ੍ਰਸੰਨਤਾ ਕਿਹਾ ਜਾਂਦਾ ਹੈ। ਮਹਾਨ ਰਚਨਾਵਾਂ ਸੁਧਾਰਵਾਦੀ ਨਹੀਂ ਹੁੰਦੀਆਂ, ਯੁੱਗ ਪਲਟਾਊ ਹੁੰਦੀਆਂ ਹਨ। ਪੁਰਸ਼ਾਂ ਦੇ ਪ੍ਰਸ਼ੰਸਾਮਈ ਧਿਆਨ ਨਾਲ ਇਸਤਰੀਆਂ ਚੁਸਤ ਦਰੁਸਤ ਰਹਿੰਦੀਆਂ ਹਨ। ਇਸਤਰੀਆਂ ਦੀ ਹਾਜ਼ਰੀ ਨਾਲ ਪੁਰਸ਼ ਥੱਕਦੇ ਨਹੀਂ। ਦੂਜਿਆਂ ਨੂੰ ਮੁਆਫ਼ ਕਰਕੇ ਅਸੀਂ ਆਪਣੇ ਜ਼ਖਮਾਂ ਦਾ ਇਲਾਜ ਕਰ ਲੈਂਦੇ ਹਾਂ। ਨਿਰਾਸ਼ ਹੋਣ ਕਾਰਨ ਬਹੁਤੇ ਲੋਕ ਬੁੱਢੇ ਹੋਣ ਤੋਂ ਪਹਿਲਾਂ ਹੀ ਬੁੱਢਿਆਂ ਵਾਲਾ ਵਿਹਾਰ ਕਰਨ ਲੱਗ ਪੈਂਦੇ ਹਨ। ਪੁਰਸ਼ ਪਤਨੀ ਵਿੱਚ ਉਹ ਸਭ ਕੁਝ ਚਾਹੁੰਦਾ ਹੈ ਜੋ ਮਾਂ ਵਿੱਚ ਸੀ। ਇਸਤਰੀ ਪਤੀ ਵਿੱਚੋਂ ਉਹ ਕੁਝ ਲੱਭਦੀ ਹੈ ਜੋ ਉਸਦੇ ਆਪਣੇ ਪਿਤਾ ਵਿੱਚ ਹੋਣਾ ਚਾਹੀਦਾ ਸੀ। ਕਵੀ ਕਵਿਤਾ ਜਿਉਂਦੇ ਹਨ ਅਤੇ ਜ਼ਿੰਦਗੀ ਲਿਖਦੇ ਹਨ। ਕਿਸੇ ਨਾਲ ਗੱਲਬਾਤ ਕਰਨ ਵੇਲੇ ਪ੍ਰਵਾਨਗੀ ਅਪਰਵਾਨਗੀ ਮਾਪੀ ਜਾਂਦੀ ਹੈ। ਆਪਣੀਆਂ ਘਾਟਾਂ ਨੂੰ ਸਵੀਕਾਰਨ ਨਾਲ ਮਨੁੱਖ ਤਣਾਅ ਮੁਕਤ ਅਤੇ ਸੁਤੰਤਰ ਹੋ ਜਾਂਦਾ ਹੈ। ਸੰਸਾਰ ਵਿੱਚ ਬਹੁਤ ਘੱਟ ਲੋਕ ਆਪਣੀ ਉਮਰ ਅਨੁਸਾਰ ਵਿਹਾਰ ਕਰਦੇ ਹਨ। ਭੈੜੇ ਬੰਦੇ ਦੀਆਂ ਪੱਕੀਆਂ ਨਿਸ਼ਾਨੀਆਂ ਹਨ। ਬੋਲਦਾ ਹੈ ਤਾਂ ਝੂਠ ਬੋਲਦਾ ਹੈ, ਵਾਅਦਾ ਕਰਦਾ ਹੈ ਤਾਂ ਪੂਰਾ ਨਹੀਂ ਕਰਦਾ, ਵਿਸ਼ਵਾਸ ਕਰਨ ਉੱਤੇ ਧੋਖਾ ਦਿੰਦਾ ਹੈ। ਜੇ ਤੁਸੀਂ ਮੰਨੋ ਕਿ ਗਲਤੀਆਂ ਜ਼ਿੰਦਗੀ ਦਾ ਭਾਗ ਹੁੰਦੀਆਂ ਹਨ, ਤਾਂ ਇਹ ਸਬੂਤ ਹੈ ਕਿ ਤੁਸੀਂ ਵਿਕਾਸ ਕਰ ਰਹੇ ਹੋ। ਜੇਕਰ ਕੋਈ ਮੁਸੀਬਤ ਤੁਹਾਨੂੰ ਮਾਰਦੀ ਨਹੀਂ, ਤਾਂ ਉਸ ਮੁਸੀਬਤ ਦਾ ਉਦੇਸ਼ ਤੁਹਾਨੂੰ ਮਜ਼ਬੂਤ ਕਰਨਾ ਹੁੰਦਾ ਹੈ। ਕੰਮ ਨੂੰ ਪਿਆਰ ਕਰਨ ਵਾਲਾ ਅਤੇ ਪਿਆਰ ਨਾਲ ਕੰਮ ਕਰਨ ਵਾਲਾ ਕਾਮਾ ਕਲਾਕਾਰ ਬਣ ਜਾਂਦਾ ਹੈ। ਮਹਾਨ ਪੁਸਤਕਾਂ ਦੇ ਮੋਢਿਆਂ ਤੇ ਚੜ੍ਹ ਕੇ ਵੇਖੋ, ਸੰਸਾਰ ਬੜਾ ਉਦਾਰ ਅਤੇ ਵਿਸ਼ਾਲ ਵਿਖਾਈ ਦੇਵੇਗਾ। ਘਾਟਿਆਂ ਦੇ ਕੁੱਲ ਜੋੜ ਨੂੰ ਤਜਰਬਾ ਕਹਿੰਦੇ ਹਨ। ਪਿਆਰ ਦੀਆਂ ਮਾਣਨ ਅਤੇ ਯਾਦ ਰੱਖਣਯੋਗ ਗੱਲਾਂ ਪਿਆਰ ਦੇ ਸੱਜਰੇਪਣ ਵਿੱਚੋਂ ਉਪਜਦੀਆਂ ਹਨ। ਕਿਸੇ ਵੀ ਲਾਪਰਵਾਹ ਅਤੇ ਗੈਰ ਜ਼ਿੰਮੇਵਾਰ ਬੰਦੇ ਦੀ ਦੇਖਭਾਲ ਕਰਨਾ ਬੜਾ ਅਕਾਊ ਕੰਮ ਹੁੰਦਾ ਹੈ।
ਬਹੁਤੇ ਲੋਕਾਂ ਨਾਲ ਅਸੀਂ ਸਿਆਣੀਆਂ ਗੱਲਾਂ ਹੀ ਕਰਦੇ ਹਾਂ, ਆਪਣੇ ਪਿਆਰੇ ਨਾਲ ਅਸੀਂ ਸਾਰੀਆਂ ਗੱਲਾਂ ਕਰਦੇ ਹਾਂ। ਜਿਹੜੀ ਗੱਲ ਸੁਣਨ ਵਿੱਚ ਚੰਗੀ ਲੱਗੇ ਉਹ ਸਾਨੂੰ ਸੱਚੀ ਵੀ ਲੱਗਣ ਲੱਗ ਪੈਂਦੀ ਹੈ। ਨਾਲਾਇਕ ਬੱਚੇ ਪਾਲਣੇ ਬੜਾ ਥਕਾਊ ਕਾਰਜ ਹੁੰਦਾ ਹੈ। ਪਰਿਵਾਰ ਫੈਲਦਾ ਹੈ, ਘਰ ਸੁੰਗੜਦਾ ਹੈ। ਬੱਚਿਆਂ ਦੇ ਚਲੇ ਜਾਣ 'ਤੇ ਘਰ ਖੁੱਲ੍ਹਾ ਨਹੀਂ, ਖਾਲੀ ਹੋ ਜਾਂਦਾ ਹੈ। ਕਿਸੇ ਨਾਲ ਇੱਕ ਚੰਗੀ ਸੁਹਿਰਦ ਅਤੇ ਖੁੱਲ੍ਹੀ ਮੁਲਾਕਾਤ ਪਿੰਡੀ ਦੋਸਤੀ ਦੇ ਬੂਹੇ ਖੋਲ੍ਹ ਦਿੰਦੀ ਹੈ। ਅਨੇਕਾਂ ਦਾ ਪਿਆਰ ਇੱਕ ਹੀ ਗਲਤਫਹਿਮੀ ਵਿੱਚ ਦਮ ਤੋੜ ਜਾਂਦਾ ਹੈ। ਜਿਹੜੇ ਲੱਛਣ ਸਮੁੱਚੀ ਮਾਨਵ ਜਾਤੀ ਦੇ ਸਾਂਝੇ ਹਨ, ਉਹਨਾਂ ਵਿੱਚੋਂ ਮੋਹਰੀ ਲੱਛਣ ਜੀਵਨ ਨੂੰ ਚੰਗੇ ਢੰਗ ਨਾਲ ਜਿਉਣ ਦੀ ਅਸਫਲਤਾ ਹੈ। ਫੌਜੀਆਂ ਦੇ ਦੁੱਖ ਯੁੱਧ ਮੁੱਕਣ ਉਪਰੰਤ ਸ਼ੁਰੂ ਹੁੰਦੇ ਹਨ, ਜਦੋਂ ਮਾਰੇ ਗਏ ਸਾਥੀਆਂ ਦੇ ਚਿਹਰੇ ਅੱਖਾਂ ਅੱਗੋਂ ਹਟਦੇ ਹੀ ਨਹੀਂ। ਇਮਤਿਹਾਨਾਂ ਉਪਰੰਤ ਸਵਾਲਾਂ ਦੇ ਗਲਤ ਦਿੱਤੇ ਉੱਤਰਾਂ ਦੀ ਗਿਣਤੀ ਵਧਣ ਨਾਲ ਖੁਸ਼ੀ ਚਿੰਤਾ ਬਣ ਜਾਂਦੀ ਹੈ। ਭਾਵੇਂ ਘਟਨਾ ਇੱਕ ਹੀ ਹੋਵੇ, ਵੇਰਵੇ ਦੱਸਣ ਦਾ ਹਰੇਕ ਦਾ ਢੰਗ ਵੱਖਰਾ ਹੁੰਦਾ ਹੈ। ਸਰੀਰਕ ਪੀੜਾਂ ਦਾ ਇਲਾਜ ਭਾਵੇਂ ਸੰਭਵ ਹੋ ਜਾਵੇ, ਮਾਨਸਿਕ ਦਰਦਾਂ ਦਾ ਇਲਾਜ ਸੰਭਵ ਨਹੀਂ ਹੋਵੇਗਾ। ਜਿਸ ਤੋਂ ਕਈ ਵਾਰੀ ਹਾਰੇ ਹੋਈਏ, ਉਸ ਨੂੰ ਇੱਕ ਵਾਰ ਹਰਾਉਣ ਦੀ ਖੁਸ਼ੀ ਵੱਡੀ ਜਿੱਤ ਦਾ ਹੁਲਾਰਾ ਦਿੰਦੀ ਹੈ। ਕਿਸੇ ਦੇ ਹੱਸਣ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿਤਨਾ ਕੁ ਸੁਤੰਤਰ ਹੈ। ਜਿਹੜੇ ਤਲਾਕ ਦੀ ਮੌਜ ਮਾਣਦੇ ਹਨ, ਉਹਨਾਂ ਨੇ ਪਹਿਲਾਂ ਅਣਜੋੜ ਵਿਆਹ ਦੀਆਂ ਪੀੜਾਂ ਹੰਢਾਈਆਂ ਹੁੰਦੀਆਂ ਹਨ। ਜੇ ਮਨੁੱਖ ਸਮਾਜ ਵਿੱਚ ਨਾ ਰਹਿੰਦਾ ਹੁੰਦਾ ਤਾਂ ਉਸਨੇ ਇੱਜ਼ਤ ਬੇਇੱਜ਼ਤੀ ਦੀ ਪਰਵਾਹ ਨਹੀਂ ਸੀ ਕਰਨੀ। ਪਿਆਰ, ਵਿਆਹ ਅਤੇ ਪਰਿਵਾਰ ਇੱਕ ਦੂਜੇ ਦਾ ਧਿਆਨ ਰੱਖਣ ਨਾਲ ਹੀ ਸਫਲ ਅਤੇ ਮਾਣਨਯੋਗ ਹੁੰਦੇ ਹਨ। ਤਲਾਕ ਉਪਰੰਤ ਦੋਹਾਂ ਧਿਰਾਂ ਨੂੰ ਇਹ ਜਾਣ ਕੇ ਪਰੇਸ਼ਾਨੀ ਹੁੰਦੀ ਹੈ ਕਿ ਉਹਨਾਂ ਬਾਰੇ ਸਮਾਜ ਉਵੇਂ ਨਹੀਂ ਸੋਚਦਾ ਜਿਵੇਂ ਉਹ ਸੋਚਦੇ ਹਨ। ਅਸਫਲਤਾ ਦਾ ਡਰ ਸਮਾਜਿਕ ਡਰ ਹੁੰਦਾ ਹੈ, ਕਿਉਂਕਿ ਸਮਾਜ ਸਫਲ ਬੰਦਿਆਂ ਦੀ ਹੀ ਕਦਰ ਕਰਦਾ ਹੈ। ਮਾਨਸਿਕ ਦਰਦ ਮਨੁੱਖ ਦੇ ਸਮਾਜੀਕਰਨ ਕਰਕੇ ਹੁੰਦੇ ਹਨ। ਹਰ ਕਿਸੇ ਕੋਲ ਆਪਣੀ ਕਿਸਮ ਦੀਆਂ ਕਹਾਣੀਆਂ ਹੁੰਦੀਆਂ ਹਨ। ਕਈ ਨਰਕੀ ਜੀਵਨ ਜਿਉਣ ਨਾਲੋਂ ਤਲਾਕਸ਼ੁਦਾ ਕਹਾਉਣਾ ਚੰਗਾ ਸਮਝਦੇ ਹਨ। ਧਾਰਮਿਕ ਸਥਾਨਾਂ ਦੀ ਗਿਣਤੀ ਵਧਣ ਦਾ ਕਾਰਨ ਇਹ ਨਹੀਂ ਕਿ ਲੋਕ ਵਧੇਰੇ ਧਾਰਮਿਕ ਹੋ ਗਏ ਹਨ, ਸਗੋਂ ਇਹ ਹੈ ਕਿ ਲੋਕ ਵਧੇਰੇ ਝੂਠੇ, ਬੇਈਮਾਨ ਅਤੇ ਧੋਖੇਬਾਜ਼ ਹੋ ਗਏ ਹਨ। ਗਲਤੀ ਉਪਰੰਤ ਮੁਆਫ਼ੀ ਮੰਗਣ 'ਤੇ ਮਨੁੱਖ ਸਿਆਣਾ ਸਮਝਿਆ ਜਾਂਦਾ ਹੈ। ਗਲਤੀ ਤੋਂ ਬਿਨਾਂ ਹੀ ਮੁਆਫ਼ੀ ਮੰਗਣ 'ਤੇ ਲੋਕ ਜਾਣ ਜਾਂਦੇ ਹਨ ਕਿ ਉਹ ਵਿਆਹਿਆ ਹੋਇਆ ਹੈ। ਹਰ ਕਿਸੇ ਕੋਲ ਸਮੱਸਿਆਵਾਂ ਉਪਜਾਉਣ ਲਈ ਤਾਂ ਸਮਾਂ ਹੁੰਦਾ ਹੈ, ਸੁਲਝਾਉਣ ਲਈ ਨਹੀਂ ਹੁੰਦਾ। ਹੁਣ ਵਿਆਹ ਪਛੜ ਕੇ ਹੁੰਦੇ ਹਨ, ਪਰ ਟੁੱਟਦੇ ਜਲਦੀ ਹਨ। ਗੁੱਸਾ ਅਕਸਰ ਉਹਨਾਂ ਨੂੰ ਆਉਂਦਾ ਹੈ ਜਿਹੜੇ ਬੋਲਣਾ ਤਾਂ ਚਾਹੁੰਦੇ ਹਨ, ਪਰ ਸੁਣਨਾ ਨਹੀਂ ਚਾਹੁੰਦੇ। ਇਕੱਠੇ ਰਹਿਣ ਨਾਲ ਜੇ ਪਿਆਰ ਹੋਵੇ ਤਾਂ ਪਿਆਰ ਵੱਧਦਾ ਹੈ, ਜੇ ਨਾ ਹੋਵੇ ਤਾਂ ਨਫ਼ਰਤ ਵੱਧਦੀ ਹੈ। ਪਰੇਸ਼ਾਨ ਪੁਰਸ਼ ਚੁੱਪ ਅਤੇ ਇਕੱਲਾ ਹੋਣਾ ਚਾਹੁੰਦਾ ਹੈ, ਪਰ ਪਰੇਸ਼ਾਨ ਇਸਤਰੀ ਕਿਸੇ ਨਾਲ ਗੱਲਾਂ ਕਰਨੀਆਂ ਚਾਹੁੰਦੀ ਹੈ। ਜਿਨ੍ਹਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਉਹ ਸਾਡੀ ਤਾਕਤ ਬਣ ਜਾਂਦੇ ਹਨ। ਆਪਣੇ ਆਪ ਵਿੱਚ ਵਿਸ਼ਵਾਸ ਜਗਾਉਣ ਨਾਲ ਸਾਰਿਆਂ ਵਿੱਚ ਭਰੋਸਾ ਜਾਗ ਪਵੇਗਾ। ਜਿਹੜਾ ਆਪ ਡਰਿਆ ਹੁੰਦਾ ਹੈ, ਉਹ ਦੂਜਿਆਂ 'ਤੇ ਸ਼ੱਕ ਕਰਦਾ ਹੈ। ਕਿਸੇ ਨੂੰ ਵੀ ਤੁਹਾਡੇ ਗੋਡਿਆਂ ਮੋਢਿਆਂ ਦੇ ਦਰਦਾਂ ਵਿੱਚ ਦਿਲਚਸਪੀ ਨਹੀਂ ਹੁੰਦੀ, ਸੋ ਦਰਦਾਂ ਦੀ ਗੱਲ ਸੰਖੇਪ ਹੀ ਚੰਗੀ ਲੱਗਦੀ ਹੈ। ਹਰ ਦੇਸ਼ ਦੇ ਚੋਰ ਅਤੇ ਜੰਦਰੇ ਵੱਖਰੀ ਕਿਸਮ ਦੇ ਹੁੰਦੇ ਹਨ।
ਕੰਮ ਵਾਲੀ ਥਾਂ ਤੇ ਤਣਾਅ ਇਸ ਲਈ ਉਪਜਦਾ ਹੈ ਕਿਉਂਕਿ ਅਸੀਂ ਸਹਿਕਰਮੀਆਂ ਤੋਂ ਅੱਗੇ ਵੀ ਲੰਘਣਾ ਚਾਹੁੰਦੇ ਹਾਂ ਅਤੇ ਉਹਨਾਂ ਦੇ ਨਾਲ ਵੀ ਰਹਿਣਾ ਚਾਹੁੰਦੇ ਹਾਂ। ਬੰਗਾਲੀ ਬੜੇ ਕ੍ਰਾਂਤੀਕਾਰੀ ਹਨ, ਪਰ ਰਸਮਾਂ ਰੀਤਾਂ, ਲਿਬਾਸ, ਭੋਜਨ ਅਤੇ ਵਿਹਾਰ ਦੇ ਪੱਖੋਂ ਬੜੇ ਪਰੰਪਰਾਵਾਦੀ ਹਨ। ਜਿਹੜੇ ਲੋਕ ਪ੍ਰਮਾਤਮਾ ਨੂੰ ਨਹੀਂ ਮੰਨਦੇ, ਉਹਨਾਂ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਜਿਉਣਾ ਪੈਂਦਾ ਹੈ। ਸਾਡੇ ਸੁਆਰਥ ਸਾਨੂੰ ਚੰਗੇ ਇਨਸਾਨਾਂ ਵਾਲਾ ਵਿਹਾਰ ਨਹੀਂ ਕਰਨ ਦਿੰਦੇ। ਜੇ ਪਤਾ ਹੀ ਨਹੀਂ ਕਿੱਥੇ ਜਾਣਾ ਹੈ ਤਾਂ ਸਭ ਰਸਤੇ ਉੱਧਰ ਜਾਂਦੇ ਪ੍ਰਤੀਤ ਹੋਣਗੇ। ਜਦੋਂ ਅਸੀਂ ਸਮਝਦੇ ਹਾਂ ਕਿ ਜ਼ਿੰਦਗੀ ਦੇ ਅਰਥ ਅਸੀਂ ਸਮਝ ਲਏ ਹਨ, ਜ਼ਿੰਦਗੀ ਬਦਲ ਚੁੱਕੀ ਹੁੰਦੀ ਹੈ। ਤਲਾਕ ਉਪਰੰਤ ਪਤੀ ਪਤਨੀ ਵੱਖ-ਵੱਖ ਪਲੇਟਫਾਰਮਾਂ ਤੇ ਖਲੋਤੀਆਂ ਗੱਡੀਆਂ ਵਾਂਗ ਲੱਗਦੇ ਹਨ। ਚੰਗੇ ਆਗੂ ਬਹੁਤ ਘੱਟ ਗਲਤੀਆਂ ਕਰਦੇ ਹਨ, ਪਰ ਵੱਡੇ ਆਗੂ ਗਲਤੀਆਂ ਕਰਨ ਉਪਰੰਤ ਸਿੱਟੇ ਭੁਗਤਣ ਤੋਂ ਡਰਦੇ ਨਹੀਂ। ਜਦੋਂ ਤੱਕ ਮਨੁੱਖ ਪਰਮਾਤਮਾ ਵੱਲ ਨਹੀਂ ਮੁੜਦਾ, ਉਸ ਨੂੰ ਸੰਸਾਰ ਦੇ ਪਦਾਰਥ ਭਰਮਾਉਂਦੇ ਰਹਿੰਦੇ ਹਨ। ਸੋਹਣੀਆਂ ਇਸਤਰੀਆਂ ਬਿਮਾਰ ਵੀ ਨਖਰੇ ਨਾਲ ਹੁੰਦੀਆਂ ਹਨ। ਜਿਸ ਸ਼ਹਿਰ ਵਿੱਚ ਸਾਨੂੰ ਕੋਈ ਜਾਣਦਾ ਪਛਾਣਦਾ ਨਾ ਹੋਵੇ, ਉਹ ਸ਼ਹਿਰ ਸਾਨੂੰ ਅੰਨ੍ਹਾ ਲੱਗਦਾ ਹੈ। ਜਦੋਂ ਉਦਾਸ ਇਸਤਰੀ ਸ਼ੀਸ਼ੇ ਵਿੱਚ ਵੇਖਦੀ ਹੈ ਤਾਂ ਇੱਕ ਹੋਰ ਉਦਾਸੀ ਉਸਦੇ ਚਿਹਰੇ ਤੇ ਆਣ ਬੈਠਦੀ ਹੈ। ਸਾਗਰ ਵਿੱਚ ਮਿਲ ਗਈ ਨਦੀ ਨੂੰ ਲੱਭਣਾ ਸੰਭਵ ਨਹੀਂ ਹੁੰਦਾ। ਕਈ ਘਰਾਂ ਦੇ ਦਰਵਾਜ਼ੇ ਦਸਤਕ ਲਈ ਤਰਸਦੇ ਰਹਿੰਦੇ ਹਨ। ਮੁਸ਼ਕਿਲਾਂ ਵਿੱਚੋਂ ਲੰਘ ਰਹੇ ਬੰਦੇ ਉੱਤੇ ਸਾਨੂੰ ਆਪਣੀਆਂ ਨਿੱਜੀ ਸਮੱਸਿਆਵਾਂ ਦਾ ਬੋਝ ਨਹੀਂ ਪਾਉਣਾ ਚਾਹੀਦਾ। ਮੁਕੱਦਮੇ ਰਾਹੀਂ ਜਾਇਦਾਦ ਵੰਡਣ ਉਪਰੰਤ ਆਪਣਿਆਂ ਨੂੰ ਵੀ ਇੰਜ ਮਿਲਿਆ ਜਾਂਦਾ ਹੈ ਜਿਵੇਂ ਆਮੋ ਸਾਹਮਣੇ ਲੰਘਣ ਵਾਲੀਆਂ ਗੱਡੀਆਂ ਮਿਲਦੀਆਂ ਹਨ। ਆਪਣੇ ਮਨੋਰਥ ਵਿੱਚ ਸਫਲ ਹੋਣ ਵਾਸਤੇ ਖੱਤ ਵਿੱਚ ਕੁਝ ਵੀ ਲਿਖੋ, ਤਹਿਜੀਬ ਅੰਦਰ ਰਹਿ ਕੇ ਲਿਖੋ। ਪਰਾਇਆ ਦੇਸ਼ ਕਿਤਨਾ ਵੀ ਵਿਸ਼ਾਲ ਹੋਵੇ, ਉਹ ਆਪਣੇ ਘਰ ਨਾਲੋਂ ਸੋਹਣਾ ਹੀ ਲੱਗਦਾ ਹੈ। ਪਿੰਡਾਂ ਵਿੱਚ ਦਰੱਖਤਾਂ ਵਿੱਚੋਂ ਲੰਘਦੀ ਹਵਾ ਸਾਫ਼ ਹੁੰਦੀ ਹੈ, ਜਿਹੜੀ ਸ਼ਹਿਰ ਵਿੱਚੋਂ ਲੰਘਦਿਆਂ ਦੁਰਗੰਧ ਬਣ ਜਾਂਦੀ ਹੈ। ਉਦਾਸ ਬੰਦਾ ਰੌਣਕ ਵਾਲੀ ਥਾਂ ਤੇ ਜਾ ਕੇ ਹੋਰ ਵੀ ਉਦਾਸ ਹੋ ਜਾਂਦਾ ਹੈ। ਹੁਣ ਜਵਾਨ ਚਿੜੀਆਂ ਨੂੰ ਵਿਦੇਸ਼ੀ ਬੁੱਢੇ ਦਰੱਖਤਾਂ ਤੇ ਆਲ੍ਹਣੇ ਪਾਉਣੇ ਪੈ ਰਹੇ ਹਨ। ਕਈਆਂ ਤੋਂ ਵਿਛੜਨ ਵੇਲੇ ਇਤਨਾ ਦੁੱਖ ਹੁੰਦਾ ਹੈ ਕਿ ਦਿਲ ਕੁਰਲਾ ਕੇ ਪੁੱਛਦਾ ਹੈ, ਤੂੰ ਮਿਲਿਆ ਹੀ ਕਿਉਂ ਸੀ? ਚੰਗਾ ਹੁੰਦਾ ਤੂੰ ਨਾ ਹੀ ਮਿਲਦਾ। ਗੁਲਾਬਾਂ ਨੂੰ ਹਸਾਉਣ ਵਾਸਤੇ ਤਰੇਲ ਆਪ ਰੋਂਦੀ ਹੈ। ਜਾਗਣ ਅਤੇ ਸੌਣ ਦਾ ਸਧਾਰਨ ਵਕਤ ਸਧਾਰਨ ਲੋਕਾਂ ਲਈ ਹੁੰਦਾ ਹੈ। ਕਲਾਕਾਰੀ ਗੁੰਝਲਦਾਰ ਨੂੰ ਸਰਲ ਅਤੇ ਸਧਾਰਨ ਨੂੰ ਸੁੰਦਰ ਬਣਾਉਣ ਵਿੱਚ ਹੁੰਦੀ ਹੈ। ਟੈਲੀਫੋਨ ਨੇ ਲੋਕਾਂ ਨੂੰ ਨੇੜੇ ਹੋਣ ਦਾ ਭਰਮ ਦਿੱਤਾ ਹੈ। ਸੱਚ ਇਹ ਹੈ ਕਿ ਜਿਹੜੇ ਨੇੜੇ ਹਨ, ਉਹਨਾਂ ਵਿਚਕਾਰ ਗੱਲਬਾਤ ਦਾ ਫਾਸਲਾ ਵੱਧਦਾ ਜਾ ਰਿਹਾ ਹੈ। ਦਾਦੇ ਨਾਨੇ ਤੋਂ ਗਲਤੀ ਦੀ ਮੁਆਫ਼ੀ ਮੰਗਣ ਦੀ ਲੋੜ ਨਹੀਂ ਪੈਂਦੀ। ਇਹ ਉਹ ਦਰ ਹਨ ਜਿੱਥੇ ਮੁਆਫ਼ੀ ਗਲਤੀ ਕਰਨ ਤੋਂ ਪਹਿਲਾਂ ਹੀ ਮਿਲ ਜਾਂਦੀ ਹੈ। ਮਾਂ-ਬਾਪ ਕੋਈ ਵੀ ਬਣ ਸਕਦਾ ਹੈ, ਪਰ ਅਮੜੀ ਅਤੇ ਬਾਬਲ ਕਹਾਉਣ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ। ਜੇ ਤੁਸੀਂ ਕਿਸੇ ਪੱਖੋਂ ਕਾਮਯਾਬ ਹੋ ਤਾਂ ਕਾਰਨ ਇਹ ਹੈ ਕਿ ਤੁਸੀਂ ਅਸਫਲਤਾ ਦੇ ਬਾਵਜੂਦ ਯਤਨ ਕਰਦੇ ਰਹੇ ਹੋਵੋਗੇ। ਜਿਸ ਬੋਲੀ ਦਾ ਰੋਜੀ ਰੋਟੀ ਨਾਲ ਸੰਬੰਧ ਨਹੀਂ ਰਹਿੰਦਾ, ਉਸ ਨੂੰ ਬੋਲਣ, ਲਿਖਣ, ਪੜ੍ਹਨ ਵਾਲਿਆਂ ਦੀ ਗਿਣਤੀ ਘਟਦੀ ਜਾਂਦੀ ਹੈ। ਚਾਪਲੂਸ ਆਪਣਾ ਢਿੱਡ ਵਜਾਉਂਦੇ ਅਤੇ ਸੁਆਰਥ ਗਾਉਂਦੇ ਹਨ। ਮਾਂ ਉਹ ਵਾਅਦੇ ਵੀ ਪੂਰੇ ਕਰਦੀ ਹੈ ਜਿਹੜੇ ਉਸਨੇ ਕੀਤੇ ਹੀ ਨਹੀਂ ਹੁੰਦੇ।
ਲੋਕ ਹੁਸਨ ਨਹੀਂ ਵੇਖਦੇ, ਹੁਸਨ ਜਲਵੇ ਵਿਖਾਉਣ ਲਈ ਆਪ ਬੇਤਾਬ ਹੁੰਦਾ ਹੈ। ਜਵਾਨੀ ਵਰਗੀ ਕੋਈ ਹੋਰ ਮੌਜ ਨਹੀਂ ਹੁੰਦੀ। ਇਸ਼ਕ ਵਿੱਚ ਬਦਨਾਮ ਹੋਣ ਦੇ ਅਰਥ ਮਸ਼ਹੂਰ ਹੋਣ ਤੋਂ ਹੁੰਦੇ ਹਨ। ਸੱਭਿਅਤਾ ਦਾ ਜਨਮ ਗਿਆਨ ਨਾਲ, ਇਸ ਦਾ ਵਿਕਾਸ ਮਿਹਨਤ ਅਤੇ ਆਜ਼ਾਦੀ ਨਾਲ ਅਤੇ ਇਸ ਵਿੱਚ ਨਿਘਾਰ ਭ੍ਰਿਸ਼ਟਾਚਾਰ ਨਾਲ ਵਾਪਰਦਾ ਹੈ। ਕਿਸੇ ਨੂੰ ਸਮਝਣ ਦਾ ਸੌਖਾ ਢੰਗ ਹੈ, ਪਿਆਰ ਕਰੋ, ਇਵੇਂ ਕੁਝ ਵੀ ਹੋਰ ਸਮਝਣ ਦੀ ਲੋੜ ਨਹੀਂ ਰਹੇਗੀ। ਇਸਤਰੀ ਪੁਰਸ਼ ਦੇ ਲਾਰਿਆਂ ਨੂੰ ਵੀ ਵਾਅਦੇ ਸਮਝਦੀ ਹੈ। ਜੇ ਆਦਰਸ਼ਵਾਦ ਨਾ ਹੁੰਦਾ ਤਾਂ ਯਥਾਰਥਵਾਦ ਦੀ ਪੱਧਰ ਬੜੀ ਨੀਵੀਂ ਹੋਣੀ ਸੀ। ਜਿਸ ਇਸਤਰੀ ਦੇ ਸੋਹਣੇ ਹੋਣ ਦਾ ਕਰੂਪ ਹੋਣ ਸੰਬੰਧੀ ਕੋਈ ਸੰਦੇਹ ਨਾ ਹੋਵੇ, ਉਸ ਦੀ ਸਦਭਾਵਨਾ ਪ੍ਰਾਪਤ ਕਰਨ ਲਈ ਉਸ ਦੇ ਬੌਧਿਕ ਗੁਣਾਂ ਦੀ ਪ੍ਰਸ਼ੰਸਾ ਕਰੋ। ਜਦੋਂ ਹੋਰ ਲੋਕ ਤੁਹਾਡੇ ਵਾਂਗ ਕੱਪੜੇ ਪਾਉਣ, ਸੋਚਣ ਅਤੇ ਬੋਲਣ ਲੱਗ ਪੈਣ ਤਾਂ ਸਪਸ਼ਟ ਹੈ ਕਿ ਤੁਹਾਡੇ ਵਿੱਚ ਆਗੂ ਵਾਲੇ ਗੁਣ ਹਨ। ਜੇ ਮੁੱਖ ਗੱਲਾਂ 'ਤੇ ਸਹਿਮਤੀ ਹੋਵੇ ਤਾਂ ਸਭ ਪ੍ਰਕਾਰ ਦੇ ਵਖਰੇਵਿਆਂ ਨੂੰ ਬਰਦਾਸ਼ਤ ਕਰਨਾ ਸੌਖਾ ਹੋ ਜਾਂਦਾ ਹੈ। ਸਫਲ ਵਿਅਕਤੀ ਕਿਸੇ ਕੰਮ ਦੇ ਪਸੰਦ ਜਾਂ ਨਾਪਸੰਦ ਹੋਣ ਨੂੰ ਆਪਣੇ ਉਦੇਸ਼ ਦੀ ਪ੍ਰਾਪਤੀ ਦੇ ਰਾਹ ਦੀ ਰੁਕਾਵਟ ਨਹੀਂ ਬਣਨ ਦਿੰਦੇ। ਵਿਆਹ ਵਿੱਚ ਸਫਲਤਾ ਸਾਂਝਾਂ ਨੂੰ ਉਸਾਰਨ ਵਿੱਚੋਂ ਨਹੀਂ, ਵਖਰੇਵਿਆਂ ਨੂੰ ਸਵੀਕਾਰਨ ਨਾਲ ਮਿਲੇਗੀ। ਅਸੀਂ ਅਕਸਰ ਗਲਤੀ ਇਹ ਕਰਦੇ ਹਾਂ ਕਿ ਦਿਲ ਦੀਆਂ ਗੱਲਾਂ ਨੂੰ ਦਿਮਾਗ ਨਾਲ ਸਮਝਣ ਦਾ ਅਸਫਲ ਉਪਰਾਲਾ ਕਰਦੇ ਹਾਂ। ਸਾਡੇ ਸੁਆਰਥ ਲੋਕਾਈ ਨੂੰ ਆਪਣਿਆਂ ਅਤੇ ਪਰਾਇਆਂ ਵਿੱਚ ਵੰਡਦੇ ਰਹਿੰਦੇ ਹਨ। ਰਾਜਸੀ ਨੇਤਾਵਾਂ ਦੀ ਸੁਹਿਰਦਤਾ ਉਹਨਾਂ ਵੱਲੋਂ ਵਿਖਾਈ ਸਮੇਂ ਦੀ ਪਾਬੰਦੀ ਤੋਂ ਮਾਪੀ ਜਾਂਦੀ ਹੈ। ਜੇ ਜਾਗੋਗੇ ਤਾਂ ਸਾਰਾ ਸੰਸਾਰ ਨਾਲ ਜਾਗੇਗਾ। ਘੁਰਾੜੇ ਮਾਰੋਗੇ, ਕੇਵਲ ਤੁਸੀਂ ਹੀ ਮਾਰੋਗੇ। ਨਸੀਬਾਂ ਵਾਲਾ ਹੈ ਉਹ ਜਿਸ ਨੂੰ ਜੀਵਨ ਭਰ ਕਰਨ ਲਈ ਆਪਣਾ ਕੰਮ ਲੱਭ ਪਿਆ ਹੈ। ਉਸ ਨੂੰ ਕਿਸੇ ਹੋਰ ਮਿਹਰ ਲਈ ਅਰਦਾਸ ਕਰਨ ਦੀ ਲੋੜ ਨਹੀਂ ਪਏਗੀ। ਖੁਸ਼ਹਾਲੀ ਵਰਤਮਾਨ ਸਮੱਸਿਆਵਾਂ ਹੱਲ ਕਰਨ ਨਾਲ ਨਹੀਂ, ਨਵੇਂ ਅਵਸਰਾਂ ਤੋਂ ਲਾਭ ਉਠਾਉਣ ਨਾਲ ਆਉਂਦੀ ਹੈ। ਜਿਤਨੀਆਂ ਮਰਜ਼ੀ ਸਾਂਝਾਂ ਦੀ ਗੱਲ ਕਰੀਏ, ਪਤੀ ਪਤਨੀ ਦੀ ਸੋਚ ਵਿੱਚ ਅਨੇਕਾਂ ਵਖਰੇਵੇਂ ਬਣੇ ਰਹਿਣਗੇ। ਤੈਮੂਰ, ਚੰਗੇਜ਼ ਅਤੇ ਹਿਟਲਰ ਭੈੜੇ ਢੰਗ ਅਪਣਾਉਣ ਕਰਕੇ ਪ੍ਰਸਿੱਧ ਹੋਣ ਦੀ ਇੱਛਾ ਵਿੱਚ ਬਦਨਾਮ ਹੋ ਗਏ ਸਨ। ਪਿਆਰ ਅਧੂਰੇ ਹੋਣ ਦੇ ਅਹਿਸਾਸ ਅਤੇ ਸੰਪੂਰਨ ਹੋਣ ਦੀ ਤਾਂਘ ਵਿੱਚੋਂ ਉਪਜਦਾ ਹੈ। ਚੰਗਿਆਂ ਨੂੰ ਚੰਗੇ ਲੱਗਣ ਦੀ ਤਾਂਘ ਸਾਨੂੰ ਚੰਗਾ ਬਣਾ ਦਿੰਦੀ ਹੈ। ਹੱਸਣ ਨਾਲ ਸਿਹਤ ਠੀਕ ਰਹਿੰਦੀ ਹੈ, ਰੋਣ ਨਾਲ ਦੁੱਖ ਸਹਿਣਯੋਗ ਹੋ ਜਾਂਦੇ ਹਨ। ਧਰਮ ਇਹ ਨਹੀਂ ਦੱਸਦੇ ਕਿ ਸੁੱਖ ਕਿਵੇਂ ਮਾਣੋ, ਉਹ ਦੱਸਦੇ ਹਨ ਕਿ ਦੁੱਖ ਕਿਵੇਂ ਬਰਦਾਸ਼ਤ ਕਰੋ। ਕਵਿਤਾ ਮਨੁੱਖ ਦੀ ਧੁਰ ਅੰਦਰਲੀ ਆਵਾਜ਼ ਹੁੰਦੀ ਹੈ। ਪਿਆਰ ਤਣਾਅ ਉਪਜਾਉਂਦਾ ਹੈ, ਸੰਭੋਗ ਤਣਾਅ ਤੋਂ ਛੁਟਕਾਰਾ ਦਿਵਾਉਂਦਾ ਹੈ। ਜ਼ਿੰਦਗੀ ਦੇ ਕੋਈ ਅਰਥ ਨਹੀਂ, ਅਰਥ ਅਸੀਂ ਆਪਣੇ ਕਾਰਜਾਂ ਰਾਹੀਂ ਲੱਭਣੇ ਹੁੰਦੇ ਹਨ। ਸੰਸਾਰ ਇਹ ਨਹੀਂ ਵੇਖਦਾ ਕਿ ਅਸੀਂ ਸੋਚਦੇ ਕੀ ਹਾਂ, ਉਹ ਸਾਡੇ ਕਾਰਜਾਂ ਨੂੰ ਵੇਖ ਕੇ ਅਨੁਮਾਨ ਲਾਉਂਦਾ ਹੈ ਕਿ ਅਸੀਂ ਕੀ ਸੋਚਦੇ ਰਹੇ ਹਾਂ। ਮਸਤਕ ਵਿੱਚੋਂ ਗਣਿਤ ਉਪਜਦਾ ਹੈ, ਦਿਲ ਵਿੱਚੋਂ ਕਾਵਿ। ਕਲਾ ਜਿਤਨੀ ਪੁਰਾਣੀ ਹੁੰਦੀ ਜਾਂਦੀ ਹੈ, ਉਹ ਉਤਨੀ ਹੀ ਨਿਖਰਦੀ ਜਾਂਦੀ ਹੈ। ਹਵਾ ਅਤੇ ਪਾਣੀ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ। ਹੱਸਣ ਨਾਲ ਹਵਾ ਵਗਦੀ ਹੈ, ਰੋਣ ਨਾਲ ਪਾਣੀ ਵਹਿੰਦਾ ਹੈ। ਚੰਗੇ ਕੰਮ ਦਾ ਇਨਾਮ ਕੰਮ ਦੇ ਵਿੱਚ ਹੀ ਛੁਪਿਆ ਹੁੰਦਾ ਹੈ। ਪ੍ਰਸੰਨ ਹੋਣ ਦੀ ਹਾਲਤ ਵਿੱਚ ਅਸੀਂ ਕਿਸੇ ਨੂੰ ਪ੍ਰਭਾਵਿਤ ਕਰਨ ਦਾ ਯਤਨ ਨਹੀਂ ਕਰਦੇ।
ਅੱਖ ਦਿਲ ਦੀ ਜ਼ੁਬਾਨ ਬੋਲਦੀ ਹੈ। ਸਾਰੇ ਫਿਲਾਸਫਰ ਅਧਿਆਪਕ ਤੁਹਾਡੇ ਲਈ ਨਹੀਂ ਹਨ। ਤੁਹਾਨੂੰ ਇੱਕ ਫਿਲਾਸਫਰ ਜਾਂ ਇੱਕ ਅਧਿਆਪਕ ਦੀ ਲੋੜ ਹੈ ਜਿਹੜਾ ਤੁਹਾਨੂੰ ਤੁਹਾਡੀ ਮੰਜ਼ਿਲ ਦਿਖਾ ਦੇਵੇ। ਮਾਂ ਨਾਲ ਰੁੱਸ ਕੇ ਬੱਚਾ ਵਧੇਰੇ ਪਿਆਰ ਲਈ ਬੇਨਤੀ ਕਰ ਰਿਹਾ ਹੁੰਦਾ ਹੈ। ਮਹਾਨ ਵਿਚਾਰ ਦਿਮਾਗ ਵਿੱਚੋਂ ਨਹੀਂ, ਦਿਲ ਵਿੱਚੋਂ ਉਪਜਦੇ ਹਨ। ਕਵਿਤਾ ਦੇ ਅਨੁਵਾਦ ਵਿੱਚ ਸ਼ਬਦ ਹੀ ਬਚਦੇ ਹਨ, ਕਵਿਤਾ ਗੁਆਚ ਜਾਂਦੀ ਹੈ। ਸੰਭਵ ਨੂੰ ਅਸੰਭਵ ਦੇ ਸੰਦਰਭ ਵਿੱਚ ਹੀ ਪ੍ਰਗਟਾਇਆ ਜਾ ਸਕਦਾ ਹੈ। ਇੱਕ ਸਫਲਤਾ ਅਨੇਕਾਂ ਸਫਲਤਾਵਾਂ ਨੂੰ ਢੱਕ ਲੈਂਦੀ ਹੈ। ਜਿਨ੍ਹਾਂ ਬਚਪਨ ਵਿੱਚ ਮੁਸ਼ਕਿਲਾਂ ਹੰਢਾਈਆਂ ਹੋਣ, ਉਹ ਜਲਦੀ ਹਾਰ ਨਹੀਂ ਮੰਨਦੇ। ਹਾਦਸਿਆਂ ਤੋਂ ਬਚਣ ਲਈ ਬਿਸਤਰੇ ਵਿੱਚ ਹੀ ਪਏ ਰਹਿਣ ਵਾਲੇ ਅਕਸਰ ਮੰਜੇ ਤੋਂ ਡਿੱਗ ਕੇ ਲੱਤਾਂ ਤੁੜਵਾ ਲੈਂਦੇ ਹਨ। ਮਾਂ ਉਸ ਕਾਮੇ ਦਾ ਨਾਂ ਹੈ ਜਿਸ ਨੂੰ ਕਦੇ ਛੁੱਟੀ ਨਹੀਂ ਮਿਲਦੀ। ਲਾਲਚੀ ਬੰਦੇ ਦੀ ਅੱਖ ਉਸਦੇ ਢਿੱਡ ਨਾਲੋਂ ਵੀ ਵੱਡੀ ਹੁੰਦੀ ਹੈ। ਜਿੱਥੇ ਲੇਟਣ ਤੋਂ ਬਿਨਾਂ ਵੀ ਆਰਾਮ ਦਾ ਅਹਿਸਾਸ ਹੋਵੇ, ਉਸ ਥਾਂ ਨੂੰ ਘਰ ਕਹਿੰਦੇ ਹਨ। ਇਸਤਰੀ ਨੂੰ ਡੂੰਘੀ ਨੀਝ ਨਾਲ ਵੇਖਦੀ ਹੈ, ਪਰ ਵੇਖਦੀ ਅਕਸਰ ਨੁਕਸ ਹੀ ਹੈ। ਜਿਨ੍ਹਾਂ ਨੂੰ ਕੁਝ ਵੀ ਮਿਲਣ ਦੀ ਬਿਲਕੁਲ ਕੋਈ ਆਸ ਨਾ ਹੋਵੇ, ਉਹਨਾਂ ਨੂੰ ਤੋਹਫੇ ਦੇਣਾ ਦੇਣ ਵਾਲੇ ਦੀ ਖੁਸ਼ਹਾਲੀ ਦੀ ਉੱਚਤਮ ਅਵਸਥਾ ਹੁੰਦੀ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।